ਪਿਆਰੇ ਵਿਦਿਆਰਥੀਓ, ਆਪਣੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਵੱਖ-ਵੱਖ ਤਰ੍ਹਾਂ ਦੀਆਂ ਗ੍ਰੰਥੀਆਂ ਅਤੇ ਉਹਨਾਂ ਦੁਆਰਾ ਪੈਦਾ ਹਾਰਮੋਨਸ ਦੀ। ਗ੍ਰੰਥੀਆਂ ਦੁਆਰਾ ਪੈਦਾ ਉਹ ਤਰਲ ਰਸਾਇਣ ਜੋ ਸਰੀਰ ਵਿੱਚ ਵੱਖ-ਵੱਖ ਕਿਰਿਆਵਾਂ ਲਈ ਜ਼ਰੂਰੀ ਹੁੰਦੇ ਹਨ, ਉਹਨਾਂ ਨੂੰ ਅਸੀਂ ਹਾਰਮੋਨ ਕਹਿੰਦੇ ਹਾਂ। ਗ੍ਰੰਥੀਆਂ ਦੁਆਰਾ ਪੈਦਾ ਹਾਰਮੋਨ ਟਾਰਗੇਟ ਸਥਾਨ ਤੇ, ਜਿਸ ਸਥਾਨ ਤੇ ਉਸ ਹਾਰਮੋਨ ਨੇ ਕੰਮ ਕਰਨਾ ਹੈ, ਕਿਸ ਤਰ੍ਹਾਂ ਪਹੁੰਚਦੇ ਹਨ। ਇਸ ਆਧਾਰ ਤੇ ਗ੍ਰੰਥੀਆਂ ਦੋ ਤਰ੍ਹਾਂ ਦੀਆਂ ਹੋ ਸਕਦੀਆਂ ਹਨ: ਐਂਡੋਕਰਾਈਨ ਗਲੈਂਡਸ ਅੰਦਰ ਰਿਸਾਵੀ ਗ੍ਰੰਥੀਆਂ ਅਤੇ ਐਗਜ਼ੋਕਰਾਈਨ ਗਲੈਂਡਸ ਬਾਹਰ ਰਿਸਾਵੀ ਗ੍ਰੰਥੀਆਂ। ਅੰਦਰ ਰਿਸਾਵੀ ਗ੍ਰੰਥੀਆਂ ਆਪਣੇ ਦੁਆਰਾ ਪੈਦਾ ਹਾਰਮੋਨ ਨੂੰ ਖੂਨ ਵਿੱਚ ਛੱਡ ਦਿੰਦੀਆਂ ਹਨ ਅਤੇ ਖੂਨ ਉਹਨਾਂ ਨੂੰ ਟਾਰਗੇਟ ਸਥਾਨ, ਜਿੱਥੇ ਉਸ ਹਾਰਮੋਨ ਨੇ ਕੰਮ ਕਰਨਾ ਹੈ, ਤੱਕ ਲੈ ਜਾਂਦਾ ਹੈ। ਬਾਹਰ ਰਿਸਾਵੀ ਗ੍ਰੰਥੀਆਂ ਆਪਣੇ ਦੁਆਰਾ ਪੈਦਾ ਹਾਰਮੋਨ ਨੂੰ ਨਲਿਕਾਵਾਂ ਦੁਆਰਾ ਟਾਰਗੇਟ ਸਥਾਨ, ਜਿੱਥੇ ਉਸ ਹਾਰਮੋਨ ਨੇ ਕੰਮ ਕਰਨਾ ਹੈ, ਤੱਕ ਪਹੁੰਚਾਉਂਦੀਆਂ ਹਨ। ਇਸ ਵੀਡੀਓ ਵਿੱਚ ਆਪਾਂ ਕੇਵਲ ਅੰਦਰ ਰਿਸਾਵੀ ਗ੍ਰੰਥੀਆਂ ਬਾਰੇ ਡਿਟੇਲ ਵਿੱਚ ਪੜਾਂਗੇ। ਇਹ ਉਹ ਗ੍ਰੰਥੀਆਂ ਹਨ ਜੋ ਆਪਣੇ ਦੁਆਰਾ ਪੈਦਾ ਹਾਰਮੋਨ ਨੂੰ ਸਿੱਧੇ ਹੀ ਖੂਨ ਵਿੱਚ ਛੱਡ ਦਿੰਦੀਆਂ ਹਨ। ਉਹਨਾਂ ਨੂੰ ਅੰਦਰ ਰਿਸਾਵੀ ਗ੍ਰੰਥੀਆਂ ਕਹਿੰਦੇ ਹਨ। ਮੁੱਖ ਅੰਦਰ ਰਿਸਾਵੀ ਗ੍ਰੰਥੀਆਂ ਹੇਠ ਲਿਖੀਆਂ ਹਨ: ਪਿਟੂਟਰੀ ਗ੍ਰੰਥੀ, ਥਾਇਰਾਇਡ ਗ੍ਰੰਥੀ, ਲੂਬਾ, ਐਡਰੀਨਲ ਗ੍ਰੰਥੀ, ਪਤਾਲੂ ਅਤੇ ਅੰਡਕੋਸ਼। ਮਨੁੱਖੀ ਸਰੀਰ ਵਿੱਚ ਇਹਨਾਂ ਗ੍ਰੰਥੀਆਂ ਦੀ ਸਥਿਤੀ ਤੁਸੀਂ ਇਸ ਡਾਇਗ੍ਰਾਮ ਵਿੱਚ ਵੇਖ ਸਕਦੇ ਹੋ। ਪਿਟੂਟਰੀ ਗ੍ਰੰਥੀ, ਇਹ ਗ੍ਰੰਥੀ ਮਨੁੱਖੀ ਦਿਮਾਗ ਵਿੱਚ ਹਾਈਪੋਥੈਲਮਸ ਦੇ ਹੇਠਲੇ ਪਾਸੇ ਮਟਰ ਦੇ ਦਾਣੇ ਦੇ ਆਕਾਰ ਦੀ ਹੁੰਦੀ ਹੈ। ਇਸ ਦੁਆਰਾ ਪੈਦਾ ਹਾਰਮੋਨ ਨੂੰ ਵਾਧਾ ਹਾਰਮੋਨ ਜਾਂ ਗਰੋਥ ਹਾਰਮੋਨ ਕਹਿੰਦੇ ਹਨ। ਇਸ ਹਾਰਮੋਨ ਦਾ ਮੁੱਖ ਕੰਮ ਸਰੀਰ ਦੇ ਵਾਧੇ ਅਤੇ ਵਿਕਾਸ ਨੂੰ ਕਾਬੂ ਕਰਨਾ ਹੈ। ਇਹ ਮਨੁੱਖੀ ਸਰੀਰ ਦੀ ਸਭ ਤੋਂ ਛੋਟੀ ਅੰਦਰ ਰਿਸਾਵੀ ਗ੍ਰੰਥੀ ਹੈ। ਇਸ ਗ੍ਰੰਥੀ ਨੂੰ ਮਾਸਟਰ ਗ੍ਰੰਥੀ ਵੀ ਕਹਿੰਦੇ ਹਨ। ਵਾਧਾ ਹਾਰਮੋਨ ਦੇ ਘੱਟ ਰਿਸਾਅ ਕਰਕੇ ਬੱਚਿਆਂ ਵਿੱਚ ਬੌਨਾਪਨ ਆ ਜਾਂਦਾ ਹੈ। ਥਾਇਰਾਇਡ ਗ੍ਰੰਥੀ, ਇਹ ਗ੍ਰੰਥੀ ਗਲੇ ਵਿੱਚ ਕੰਠ ਵਾਲੇ ਭਾਗ 'ਚ ਪਾਈ ਜਾਂਦੀ ਹੈ। ਇਸ ਦੁਆਰਾ ਪੈਦਾ ਹਾਰਮੋਨ ਦਾ ਨਾਂ ਥਾਇਰੋਕਸਿਨ ਹਾਰਮੋਨ ਹੈ। ਇਸ ਦਾ ਮੁੱਖ ਕੰਮ ਸਰੀਰ ਵਿੱਚ ਕਾਰਬੋਹਾਈਡਰੇਟ, ਪ੍ਰੋਟੀਨ ਅਤੇ ਚਰਬੀ ਦਾ ਡਾਹ ਉਸਾਰੂ ਕਿਰਿਆਵਾਂ ਦਾ ਨਿਯੰਤਰਣ ਕਰਨਾ ਹੈ। ਇਹ ਸਰੀਰ ਦੀ ਸਭ ਤੋਂ ਵੱਡੀ ਅੰਦਰ ਰਿਸਾਵੀ ਗ੍ਰੰਥੀ ਹੈ। ਆਇਓਡੀਨ ਦੀ ਕਮੀ ਕਰਕੇ ਥਾਇਰੋਇਡ ਗ੍ਰੰਥੀ ਥਾਇਰੋਕਸਿਨ ਹਾਰਮੋਨ ਦਾ ਰਿਸਾਅ ਨਹੀਂ ਕਰਦੀ, ਜਿਸ ਦੇ ਸਿੱਟੇ ਵਜੋਂ ਗਿੱਲ ਰੋਗ ਹੋ ਜਾਂਦਾ ਹੈ। ਨੈਕਸਟ ਗ੍ਰੰਥੀ ਹੈ ਲੂਬਾ, ਪੈਨਕ੍ਰੀਅਜ। ਇਹ ਮਿਹਦੇ ਦੇ ਹੇਠਲੇ ਪਾਸੇ ਮੌਜੂਦ ਹੁੰਦੀ ਹੈ। ਇਸ ਦੁਆਰਾ ਪੈਦਾ ਹਾਰਮੋਨ ਦਾ ਨਾਂ ਇਨਸੂਲਿਨ ਹੈ। ਇਸ ਦਾ ਮੁੱਖ ਕੰਮ ਲਹੂ ਵਿੱਚ ਗਲੂਕੋਜ਼ ਦੀ ਮਾਤਰਾ ਨੂੰ ਨਿਯੰਤਰਿਤ ਕਰਨਾ ਹੈ। ਇਨਸੂਲਿਨ ਦੀ ਕਮੀ ਨਾਲ ਸਰੀਰ ਵਿੱਚ ਸ਼ੱਕਰ ਰੋਗ ਹੋ ਜਾਂਦਾ ਹੈ, ਜਿਸ ਨੂੰ ਅਸੀਂ ਡਾਇਬਟੀਜ਼ ਵੀ ਕਹਿੰਦੇ ਹਾਂ। ਲੂਬਾ ਅੰਦਰ ਰਿਸਾਵੀ ਅਤੇ ਬਾਹਰ ਰਿਸਾਵੀ ਦੋਨੋਂ ਤਰ੍ਹਾਂ ਦੀ ਗ੍ਰੰਥੀ ਹੈ, ਕਿਉਂਕਿ ਇਹ ਗ੍ਰੰਥੀ ਆਪਣੇ ਦੁਆਰਾ ਪੈਦਾ ਇਨਸੂਲਿਨ ਹਾਰਮੋਨ ਨੂੰ ਨਲਿਕਾ ਦੁਆਰਾ ਅਤੇ ਖੂਨ ਦੁਆਰਾ ਟਾਰਗੇਟ ਤੱਕ ਪਹੁੰਚਾਉਂਦੀਆਂ ਹਨ। ਨੈਕਸਟ ਗ੍ਰੰਥੀ ਹੈ ਐਡਰੀਨਲ ਗ੍ਰੰਥੀ। ਇਹ ਗੁਰਦਿਆਂ ਦੇ ਉੱਪਰਲੇ ਪਾਸੇ ਸਥਿਤ ਹੁੰਦੀ ਹੈ।
ਇਸ ਦੁਆਰਾ ਪੈਦਾ ਹਾਰਮੋਨ ਦਾ ਨਾਂ ਐਡਰੀਨਲਿਨ ਹਾਰਮੋਨ ਹੈ। ਇਸ ਦਾ ਮੁੱਖ ਕੰਮ ਸੰਕਟਕਾਲੀਨ ਪ੍ਰਸਥਿਤੀਆਂ ਜਿਵੇਂ ਗੁੱਸਾ, ਜੋਸ਼ ਅਤੇ ਡਰ ਦਾ ਸਾਹਮਣਾ ਕਰਨ ਦੇ ਯੋਗ ਬਣਾਉਂਦੀ ਹੈ। ਐਡਰੀਨਲਿਨ ਹਾਰਮੋਨ ਨੂੰ ਕਰੋ ਜਾਂ ਮਰੋ ਹਾਰਮੋਨ ਵੀ ਕਹਿੰਦੇ ਹਨ। ਨੈਕਸਟ ਅੰਧਰਿਸਾਵੀ ਗ੍ਰੰਥੀ ਹੈ ਪਤਾਲੂ ਟੈਸਟਿਸ। ਇਹ ਕੇਵਲ ਨਰ ਦੇ ਸਰੀਰ ਵਿੱਚ ਇੱਕ ਜੋੜੀ ਪਤਾਲੂ ਮੌਜੂਦ ਹੁੰਦੇ ਹਨ। ਇਸ ਦੁਆਰਾ ਪੈਦਾ ਹਾਰਮੋਨ ਨੂੰ ਟੈਸਟੋਸਟੀਰੋਨ ਹਾਰਮੋਨ ਕਹਿੰਦੇ ਹਨ। ਇਸ ਦਾ ਮੁੱਖ ਕੰਮ ਪੁਰਸ਼ਾਂ ਵਿੱਚ ਦਾੜੀ, ਮੁੱਛ ਦਾ ਆਉਣਾ ਅਤੇ ਆਵਾਜ਼ ਦਾ ਭਾਰੀ ਹੋਣਾ ਹੈ। ਨੈਕਸਟ ਅੰਡਕੋਸ਼ ਓਵਰੀ। ਕੇਵਲ ਮਾਦਾ ਦੇ ਸਰੀਰ ਵਿੱਚ ਇੱਕ ਜੋੜੀ ਅੰਡਕੋਸ਼ ਮੌਜੂਦ ਹੁੰਦੇ ਹਨ। ਇਸ ਦੁਆਰਾ ਐਸਟ੍ਰੋਜਨ ਨਾਂ ਦਾ ਹਾਰਮੋਨ ਪੈਦਾ ਕੀਤਾ ਜਾਂਦਾ ਹੈ। ਇਸ ਦਾ ਮੁੱਖ ਕੰਮ ਮਾਦਾ ਲਿੰਗੀ ਅੰਗਾਂ ਦਾ ਵਿਕਾਸ ਅਤੇ ਮਾਹਵਾਰੀ ਨੂੰ ਨਿਯਮਿਤ ਕਰਨਾ ਹੈ। ਹੁਣ ਆਪਾਂ ਇੱਕ ਟੈਸਟ ਲਗਾ ਕੇ ਵੇਖਦੇ ਹਾਂ ਕਿ ਸਾਨੂੰ ਇਹ ਟੌਪਿਕ ਕਿੰਨਾ ਕੁ ਸਮਝ ਆ ਗਿਆ ਹੈ। ਕਿਹੜੀ ਗ੍ਰੰਥੀ ਸਰੀਰ ਵਿੱਚ ਵਾਧਾ ਹਾਰਮੋਨ ਪੈਦਾ ਕਰਦੀ ਹੈ? ਪਿਟੂਟਰੀ ਗ੍ਰੰਥੀ। ਕਿਸ ਪੋਸ਼ਕ ਤੱਤ ਦੀ ਕਮੀ ਨਾਲ ਸਰੀਰ ਵਿੱਚ ਗਿਲਡ ਰੋਗ ਹੋ ਜਾਂਦਾ ਹੈ? ਆਇਓਡੀਨ। ਕਿਹੜੇ ਤਰ੍ਹਾਂ ਦੀਆਂ ਗ੍ਰੰਥੀਆਂ ਆਪਣੇ ਦੁਆਰਾ ਪੈਦਾ ਹਾਰਮੋਨ ਨੂੰ ਸਿੱਧੇ ਹੀ ਖੂਨ ਵਿੱਚ ਛੱਡ ਦਿੰਦੀਆਂ ਹਨ? ਅੰਦਰ ਰਿਸਾਵੀ ਗ੍ਰੰਥੀਆਂ। ਕਰੋ ਜਾਂ ਮਰੋ ਫਾਈਟ ਔਰ ਫਲਾਈਟ ਹਾਰਮੋਨ ਕਿਸ ਨੂੰ ਕਹਿੰਦੇ ਹਨ? ਐਡਰੀਨਲਿਨ ਹਾਰਮੋਨ ਨੂੰ। ਮਾਦਾ ਜਨਨ ਲਿੰਗੀ ਹਾਰਮੋਨ ਕਿਸ ਨੂੰ ਕਹਿੰਦੇ ਹਨ? ਐਸਟ੍ਰੋਜਨ ਹਾਰਮੋਨ ਨੂੰ। ਪੁਰਸ਼ਾਂ ਵਿੱਚ ਦਾੜੀ ਮੁੱਛ ਦਾ ਆਉਣਾ ਅਤੇ ਆਵਾਜ਼ ਦਾ ਭਾਰੀ ਹੋਣਾ ਕਿਸ ਹਾਰਮੋਨ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ? ਟੈਸਟੋਸਟੀਰੋਨ ਹਾਰਮੋਨ, ਜੋ ਕਿ ਪਤਾਲੂ ਦੁਆਰਾ ਛੱਡਿਆ ਜਾਂਦਾ ਹੈ। ਕਿਸ ਹਾਰਮੋਨ ਦੇ ਘੱਟ ਰਿਸਾਅ ਕਰਕੇ ਬੱਚੇ ਬੌਣੇ ਰਹਿ ਜਾਂਦੇ ਹਨ? ਵਾਧਾ ਹਾਰਮੋਨ ਜਾਂ ਗਰੋਥ ਹਾਰਮੋਨ। ਖੂਨ ਵਿੱਚ ਕਿਹੜਾ ਹਾਰਮੋਨ ਗਲੂਕੋਜ਼ ਦੀ ਮਾਤਰਾ ਨੂੰ ਨਿਯੰਤਰਿਤ ਕਰਦਾ ਹੈ? ਹਾਂਜੀ, ਉਸ ਦਾ ਨਾਮ ਹੈ ਇਨਸੂਲਿਨ ਹਾਰਮੋਨ। ਸਭ ਤੋਂ ਵੱਡੀ ਅੰਦਰ ਰਿਸਾਵੀ ਗ੍ਰੰਥੀ ਦਾ ਨਾਮ ਦੱਸੋ? ਥਾਇਰਾਇਡ ਗ੍ਰੰਥੀ। ਸਰੀਰ ਦੀ ਕਿਹੜੀ ਗ੍ਰੰਥੀ ਨੂੰ ਮਾਸਟਰ ਗ੍ਰੰਥੀ ਵੀ ਕਿਹਾ ਜਾਂਦਾ ਹੈ? ਪਿਟੂਟਰੀ ਗ੍ਰੰਥੀ, ਕਿਉਂਕਿ ਪਿਟੂਟਰੀ ਗ੍ਰੰਥੀ ਦੁਆਰਾ ਪੈਦਾ ਹਾਰਮੋਨਾਂ ਦਾ ਨਿਯੰਤਰਣ ਸਰੀਰ ਦੇ ਲਗਭਗ ਸਾਰੇ ਹੀ ਅੰਗਾਂ 'ਤੇ ਕੀਤਾ ਜਾਂਦਾ ਹੈ, ਇਸ ਲਈ ਇਸ ਨੂੰ ਅਸੀਂ ਮਾਸਟਰ ਗ੍ਰੰਥੀ ਵੀ ਕਹਿੰਦੇ ਹਾਂ। ਇਸ ਦੇ ਨਾਲ ਹੀ ਆਪਣੀ ਅੱਜ ਦੀ ਵੀਡੀਓ ਇੱਥੇ ਖਤਮ ਹੁੰਦੀ ਹੈ। ਥੈਂਕ ਯੂ ਐਂਡ ਹੈਵ ਅ ਨਾਈਸ ਡੇ।